ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 23ਵੀਂ ਤੇ ਪਦ 5ਵਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਜਿਹੜਾ ਗੁਰੂ ਮਹਾਰਾਜ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਉਹਨਾਂ ਪ੍ਰਾਣੀ ਵਿਚਾਰ ਕਰਦਾ ਹੈ, ਉਹਨਾਂ ਬੋਲਦਾ ਹੈ ਅਤੇ ਉਹਨਾਂ ਸੁਣਦਾ ਹੈ। ਆਪਣੇ ਆਪ ਵਿੱਚ ਇਨਸਾਨ ਕੁਝ ਵੀ ਨਹੀਂ ਹੈ। ਜਿਸ ਤਰ੍ਹਾਂ ਪ੍ਰਭੂ ਚਲਾਉਂਦਾ ਹੈ ਉਸ ਤਰ੍ਹਾਂ ਚੱਲਦਾ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ ਮਨੁੱਖਤਾ ਦੇ ਉੱਤੇ ਅਪਾਰ ਕਿਰਪਾ ਕੀਤੀ ਹੈ। ਇਹ ਅੰਮ੍ਰਿਤ ਰੂਪੀ ਸਾਗਰ ਬਖਸ਼ਿਆ ਹੈ। ਸੱਚੇ ਪਾਤਸ਼ਾਹ ਨੇ ਚੱਲਣਹਾਰ ਨੂੰ, ਮੁੱਕਣ ਵਾਲੇ ਨੂੰ ਆਮੁੱਕ ਅਤੇ ਅਚਲ ਨਾਲ ਜੋੜਿਆ ਹੈ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਦੂਸਰੇ ਪਾਸੇ ਦਿਨ ਰਾਤ ਸਮੇਂ ਦੀ ਪਹਿਲੀ ਕਿਰਿਆ ਹਨ, ਜਿਹੜਾ ਕਿ ਪਲ ਤੋਂ ਸ਼ੁਰੂ ਹੁੰਦਾ ਹੈ, ਜੁਗਾਂ ਜਗਾਂਤਰਾਂ ਤੱਕ ਚੱਲਦਾ ਰਹਿੰਦਾ ਹੈ। ਜਿੰਨਾ ਮਰਜ਼ੀ ਲੰਬਾ ਹੋਵੇ ਤੇ ਆਖਰ ਮੁੱਕ ਜਾਂਦਾ ਹੈ। ਇਨਸਾਨ ਚੱਲਣਹਾਰ ਹੈ, ਸਮੇਂ ਦੇ ਵਿੱਚ ਨੂੜਿਆ ਹੋਇਆ ਸਮੇਂ ਦਾ ਪਾਬੰਦ ਹੈ। ਸੱਚੇ ਪਾਤਸ਼ਾਹ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਔਸਤਨ ਤੌਰ ਉੱਤੇ ਪ੍ਰਾਣੀ ਨੂੰ 24 ਘੰਟਿਆਂ ਦੇ ਵਿੱਚ 24,000 ਸਵਾਸ ਆਉਂਦੇ ਹਨ, ਜਾਣੀ 1 ਘੰਟੇ ਦੇ ਵਿੱਚ 1,000 ਸਵਾਸ। 3 ਘੰਟਿਆਂ ਨੂੰ ਮਿਲਾ ਕੇ ਇੱਕ ਪਹਿਰ ਬਣਦਾ ਹੈ। 8 ਪਹਿਰ, 3 ਘੜੀਆਂ, ਜਾਣੀ 24 ਘੰਟੇ। ਸੱਚੇ ਪਾਤਸ਼ਾਹ ਨੇ ਇਨਸਾਨ ਦਾ ਜੀਵਨ ਮੋਕਸ਼ ਪ੍ਰਾਪਤ ਕਰਾਉਣ ਦੇ ਲਈ ਬੜੀ ਪਿਆਰੀ ਵਿਧੀ ਸਮਝਾਈ ਹੈ ਕਿ ਪ੍ਰਾਣੀ, ਤੂੰ ਸਵਾਸ ਤਾਂ ਲੈਂਦਾ ਹੀ ਹੈ, ਤੇਰੇ ਜੀਣ ਦਾ ਇੱਕ ਜ਼ਰੀਆ ਹਨ, ਤੇਰੀ ਜ਼ਿੰਦਗੀ ਦਾ ਸਰੋਤ ਹਨ। ਸਵਾਸਾਂ ਤੋਂ ਬਿਨਾਂ ਤੂੰ ਜਿੰਦਾ ਨਹੀਂ ਰਹਿ ਸਕਦਾ। ਤੇਰਾ ਸਰੀਰ ਚੱਲਦਾ ਸਵਾਸਾਂ ਨਾਲ ਹੈ। ਤੂੰ ਸਵਾਸ ਆਪਣੇ ਆਪ ਨਹੀਂ ਲੈਂਦਾ। ਤੇਰੇ ਸਵਾਸ ਕਿੰਨੇ ਹਨ ਇਹ ਵੀ ਤੈਨੂੰ ਪਤਾ ਨਹੀਂ ਹੈ। ਕਿੰਨੇ ਆ ਗਏ ਹਨ, ਕਿੰਨੇ ਆਉਣੇ ਹਨ, ਤੂੰ ਅਣਜਾਣ ਹੈ। ਇਹਨਾਂ ਨੂੰ ਚਲਾਉਣ ਵਾਲਾ ਕੋਈ ਹੋਰ ਹੈ, ਜਿਹੜਾ ਤੇਰੇ ਨਾਲ ਹੀ ਰਹਿੰਦਾ ਹੈ, ਪਰ ਤੈਨੂੰ ਉਹਦਾ ਪਤਾ ਨਹੀਂ ਚੱਲਦਾ। ਪ੍ਰਭੂ ਆਪ ਹੀ ਹੈ। ਪ੍ਰਭੂ ਤੇਰੇ ਉੱਤੇ ਮਿਹਰ ਕਰਦਾ ਹੈ। ਇੱਕ ਇੱਕ ਸਵਾਸ ਦੇ ਨਾਲ ਤੂੰ ਉਹਦਾ ਨਾਂ ਅਰਾਧ, ਉਹਦਾ ਸ਼ੁਕਰਾਨਾ ਕਰ, ਜਿਹੜਾ ਤੈਨੂੰ ਜੀਵਤ ਰਹਿਣ ਦੇ ਲਈ ਬਖਸ਼ਿਸ਼ ਕਰਦਾ ਹੈ। ਹਰ ਪਲ, ਹਰ ਛਿਨ ਇੱਕ ਇੱਕ ਸਵਾਸ ਤੈਨੂੰ ਦਿੰਦਾ ਹੈ।
ਸਵਾਸ ਤੇਰੇ ਵੱਡਮੁੱਲੇ ਹਨ। ਇਹਨਾਂ ਦੀ ਕੀਮਤ ਲਗਾਈ ਨਹੀਂ ਜਾ ਸਕਦੀ। ਇਹ ਤੇਰੇ ਪਦਾਰਥ ਦੇ ਬਾਜ਼ਾਰ ਵਿੱਚ ਵਿਕਦੇ ਨਹੀਂ। ਇਹ ਪ੍ਰਭੂ ਦੀ ਅਣੂ ਕਿਰਪਾ ਦੇ ਨਾਲ ਹੀ ਤੈਨੂੰ ਮਿਲਦੇ ਹਨ। ਪਿਆਰਿਆ, 24,000 ਸਵਾਸਾਂ ਦੇ ਨਾਲ ਹਰ ਸਵਾਸ ਦੇ ਉੱਤੇ ਤੂੰ ਲਿਖ ਦੇ, ਵਾਹਿਗੁਰੂ। ਜਦੋਂ ਅੰਦਰ ਜਾਵੇ ਸਵਾਸ ਵਾਹਿਗੁਰੂ, ਜਦੋਂ ਬਾਹਰ ਨਿਕਲੇ ਫਿਰ ਵਾਹਿਗੁਰੂ। ਤੂੰ ਵੱਧ ਜਾਵੇਗਾ ਪ੍ਰੀਤਮ ਦੇ ਪਿਆਰ ਦੇ ਵਿੱਚ। ਇਹ ਮਾਇਆ ਜਿਹਨੇ ਤੈਨੂੰ ਭਰਮਾਇਆ ਹੈ, ਛੇਤੀ ਕਰਕੇ ਤੇਰਾ ਖਹਿੜਾ ਛੱਡਣ ਵਾਲੀ ਨਹੀਂ। ਇਹ ਆਪਣੀ ਨੌਕਰੀ ਬਹੁਤ ਹੀ ਬਾਖੂਬੀ ਨਾਲ ਕਰਦੀ ਹੈ। ਪ੍ਰਭੂ ਨੇ ਮਾਇਆ ਨੂੰ ਨੌਕਰ ਇਸੇ ਕਰਕੇ ਹੀ ਰੱਖਿਆ ਹੈ। ਪ੍ਰਭੂ ਦੀ ਦਾਸੀ ਹੈ ਕਿ ਤੂੰ ਦੁਨੀਆ ਨੂੰ ਬਰਾਗ ਵੱਲ ਨਾ ਜਾਣ ਦੇ। ਦੁਨੀਆ ਨੂੰ ਰੌਚਕ ਕਰ, ਪ੍ਰਸੰਨ ਕਰ, ਪਰ ਇਹ ਛੜੱਪੇ ਮਾਰ ਕੇ ਕਈ ਕੋਹਾਂ ਦੂਰ ਨਿਕਲ ਜਾਂਦੀ ਹੈ। ਪ੍ਰਭੂ ਦੇ ਪਿਆਰਿਆਂ ਨੂੰ ਪ੍ਰਭੂ ਨਾਲੋਂ ਤੋੜ ਲੈਂਦੀ ਹੈ। ਗੁਰੂ ਪਿਆਰਿਓ, ਪ੍ਰੀਤਮ ਪਿਆਰੇ ਦੇ ਪਿਆਰੇ ਫਿਰ ਜਾਂਚ ਕਰ ਲੈਂਦੇ ਹਨ ਕਿ ਸਾਡੇ ਕੋਲੋਂ ਗਲਤੀ ਹੋ ਗਈ। ਪ੍ਰਭੂ ਇਹਨੇ ਸਾਨੂੰ ਭਰਮਾ ਲਿਆ, ਸਾਨੂੰ ਆਪਣੇ ਦਾਸ, ਆਪਣੇ ਨੌਕਰ ਬਣਾ ਲਿਆ। ਇਹਦੇ ਵੱਡੇ ਵੱਡੇ ਸੰਗਲਾਂ ਦੇ ਸਾਨੂੰ ਨੂੜ ਲਿਆ। ਪ੍ਰੀਤਮ ਪਿਆਰਾ ਫਿਰ ਉਹਨਾਂ ਨੂੰ ਆਜ਼ਾਦ ਕਰਵਾ ਦਿੰਦਾ ਹੈ, ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ, ਉਹਨਾਂ ਦੇ ਨਾਲ ਖਲੋਂਦਾ ਹੈ, ਕਦੇ ਵੀ ਉਹਨਾਂ ਨੂੰ ਇਕੱਲੇ ਨਹੀਂ ਛੱਡਦਾ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਤੇ ਵਿਸ਼ੇਸ਼ ਵਿਸ਼ਾ ਪ੍ਰਭੂ ਦੀ ਆਰਾਧਨਾ ਹੈ। ਪ੍ਰੀਤਮ ਪਿਆਰੇ ਦੀ ਸਿਫਤ ਸਲਾਹ ਹੈ। ਉਹ ਕਿੰਨਾ ਮਹਾਨ, ਕਿੰਨਾ ਵੱਡਾ ਹੈ। ਪ੍ਰੀਤਮ ਪਿਆਰੇ ਨੇ ਖੁੱਲ੍ਹ ਕੇ ਜਾਣਕਾਰੀ ਦਿੱਤੀ ਹੈ। ਜਦੋਂ ਉਹ ਇਕੱਲਾ ਸੀ, ਸ੍ਰਿਸ਼ਟੀ ਸਾਜੀ ਵੀ ਨਹੀਂ ਗਈ ਸੀ, ਆਪਣੀ ਮਸਤੀ ਦੇ ਵਿੱਚ ਸੀ, ਸੱਚੇ ਪਾਤਸ਼ਾਹ ਨੇ ਸਾਨੂੰ ਵਿਸਤਾਰ ਪੂਰਵਕ ਸਮਝਾਇਆ ਹੈ। ਪ੍ਰਭੂ ਦਾ ਗੀਤ ਗਾਇਨ ਕੀਤਾ ਹੈ ਤੇ ਉਹਦੇ ਬੇਅੰਤ ਹੋਣ ਦਾ, ਉਹਦੇ ਵਿਰਾਟ ਰੂਪ ਹੋਣ ਦਾ ਬਹੁਤ ਸੋਹਣੇ ਤਰੀਕੇ ਦੇ ਨਾਲ ਵਰਣਨ ਕੀਤਾ ਹੈ। ਦੂਸਰਾ ਵਿਸ਼ਾ ਪ੍ਰਭੂ ਦੇ ਪਿਆਰੇ ਜਿਹੜੇ ਉਹਨੂੰ ਧਿਆਉਂਦੇ ਹਨ, ਆਪਣੀ ਮਸ਼ੱਕਤ ਦੇ ਨਾਲ ਫਿਰ ਉਹਦੀ ਕਿਰਪਾ ਨੂੰ ਪਾਉਂਦੇ ਹਨ। ਪ੍ਰਭੂ ਦੀ ਕਿਰਪਾ ਦੇ ਨਾਲ ਸਾਖਸ਼ਾਤ ਉਹਦਾ ਰੂਪ ਹੋ ਜਾਂਦੇ ਹਨ, ਉਹਦੇ ਹੀ ਬਣ ਜਾਂਦੇ ਹਨ, ਉਹਦੇ ਵਰਗੀ ਪਰਸਨੈਲਿਟੀ ਧਾਰ ਲੈਂਦੇ ਹਨ। ਜਦੋਂ ਉਹ ਦੁਨੀਆ ਦੇ ਵਿੱਚ ਵਿਚਰਦੇ ਹਨ, ਲੋਕਾਈ ਨੂੰ ਮਿਲਦੇ ਹਨ, ਤਾਂ ਉਹ ਤਾਰੀ ਜਾਂਦੇ ਹਨ, ਤਾਰੀ ਜਾਂਦੇ ਹਨ।
ਜਦੋਂ ਉਹ ਲੋੜਵੰਦਾਂ ਨੂੰ ਮਿਲਦੇ ਹਨ, ਉਹਨਾਂ ਨੂੰ ਵੰਡੀ ਜਾਂਦੇ ਹਨ। ਉਹ ਮਹਾਨ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਉਹਨਾਂ ਸੰਤ ਲੋਕਾਂ ਦੀ, ਉਹਨਾਂ ਜਨਾਂ ਦੀ, ਉਹਨਾਂ ਦਾਸਾਂ ਦੀ, ਉਹਨਾਂ ਸੇਵਕਾਂ ਦੀ, ਉਹਨਾਂ ਮਲੰਗਾਂ ਦੀ, ਉਹਨਾਂ ਦਰਵੇਸ਼ਾਂ ਦੀ ਚਰਨ ਧੂੜੀ ਲੋੜੀ ਹੈ। ਉਹਨਾਂ ਦੇ ਚਰਨਾਂ ਦਾ ਧੋ ਸੱਚੇ ਪਾਤਸ਼ਾਹ ਨੇ ਛਕਣ ਦਾ ਹੀਆ ਕੀਤਾ ਹੈ ਕਿ ਮੈਂ ਉਹਨਾਂ ਦੇ ਚਰਨ ਧੋਏ ਪੀਵਾਂ। ਉਹ ਮਹਾਨ ਹਨ। ਉਹਨਾਂ ਨੇ ਪ੍ਰਭੂ ਨੂੰ ਪਹਿਚਾਣ ਲਿਆ ਹੈ। ਜਿੱਧਰ ਉਹ ਨਜ਼ਰ ਕਰਦੇ ਹਨ, ਉਧਰ ਪ੍ਰਭੂ ਦੀ ਨਜ਼ਰ ਜਾਂਦੀ ਹੈ। ਜੋ ਉਹ ਬੋਲਦੇ ਹਨ, ਉਹ ਪ੍ਰਭੂ ਹੀ ਬੋਲਦਾ ਹੈ। ਉਹ ਪ੍ਰਭੂ ਹੀ ਹਨ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਹੁਤ ਹੀ ਸਿਫਤ ਸਲਾਹ ਕੀਤੀ ਹੈ। ਤੀਸਰਾ ਵਿਸ਼ਾ, ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਦਾ ਚੁਣਿਆ ਹੈ ਜਿਹੜੇ ਧਰਤੀ ਤੇ ਤਾਂ ਹਨ, ਸਰੀਰਾਂ ਵਿੱਚ ਹਨ, ਤੁਰਦੇ ਹਨ, ਬੋਲਦੇ ਹਨ, ਵਰਤਾਅ ਕਰਦੇ ਹਨ, ਪਰ ਸਾਰੇ ਦਾ ਸਾਰਾ ਨਾ ਪੱਖੀ ਪ੍ਰਭੂ ਦੀ ਆਲੋਚਨਾ, ਪ੍ਰਭੂ ਦੇ ਪਿਆਰਿਆਂ ਦੀ ਆਲੋਚਨਾ ਉਹਨਾਂ ਦਾ ਪ੍ਰਮੁੱਖ ਅਕੀਦਾ ਹੈ। ਦਿਨ ਰਾਤ ਉਹ ਆਪਣੇ ਹੰਕਾਰ ਦਾ ਦਾੜਾ ਖਿੱਚਦੇ ਹਨ। ਗਰੀਬਾਂ ਉੱਤੇ ਛਾਤੀਆਂ ਤਾਣਦੇ ਹਨ। ਮਜ਼ਲੂਮਾਂ ਨੂੰ ਜਲੀਲ ਕਰਦੇ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਦਾ ਨਾਂ ਸੰਤ ਕੇ ਦੋਖੀ, ਸੰਤ ਕੇ ਨਿੰਦਕ ਜਾਂ ਇਸ ਧਰਤੀ ਉੱਤੇ ਨਾ ਹੋਏ ਹਵਾ ਵਿੱਚ ਲਟਕਦੇ ਮੁਰਦੇ ਕਿਹਾ ਹੈ। ਅਕਿਰਤ ਘਣ, ਲੂਣ ਹਰਾਮੀ, ਕੂੜਿਆਰ, ਚੋਰ, ਹਰਾਮ ਖੋਰ ਕਹਿ ਕੇ ਉਹਨਾਂ ਨੂੰ ਉਹਨਾਂ ਦੀ ਬਣਦੀ ਥਾਂ ਉੱਤੇ ਟਿਕਾਇਆ ਹੈ। ਇੱਕ ਬਹੁਤ ਵੱਡੀ ਕਿਰਪਾ ਮੇਰੇ ਪ੍ਰੀਤਮ ਪਿਆਰੇ ਮਿੱਠ ਬੋਲੜੇ ਸ਼ਾਂਤੀ ਦੇ ਪੁੰਜ ਨੇ ਕੀਤੀ ਹੈ ਉਹਨਾਂ ਨਿੰਦਕਾਂ ਉੱਤੇ ਵੀ, ਕਿ ਬੇਸ਼ੱਕ ਤੁਸੀਂ ਗੁਰੂ ਪਿਆਰਿਆਂ ਦੇ ਹਿਰਦੇ ਤੋੜਦੇ ਹੋ, ਬਲੂੰਦਰਦੇ ਹੋ, ਪਰ ਜੇ ਉਹ ਗੁਰੂ ਦੇ ਪਿਆਰੇ ਇੱਕ ਵੇਰ ਤੁਹਾਡੇ ਉੱਤੇ ਨਜ਼ਰ ਕਰ ਲੈਣ ਮਿਹਰਬਾਨੀ ਦੀ, ਤੁਹਾਡੇ ਸਾਰੇ ਗੁਨਾਹ ਮਾਫ। ਤੁਸੀਂ ਮੁੜ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਜਾ ਸਕਦੇ ਹੋ। ਇਹ ਇੱਕ ਗੁਰੂ ਦੇ ਪਿਆਰੇ, ਗੁਰੂ ਦੇ ਦਾਸ, ਗੁਰੂ ਦੇ ਜਨ, ਗੁਰੂ ਦੇ ਸੇਵਕ ਦਾ ਚਮਤਕਾਰ ਹੈ, ਜਾਰੀ ਕਰਾਮਾਤ ਹੈ। ਉਹ ਬਖਸ਼ਣ ਦੇ ਸਮਰੱਥ ਹੈ। ਤੁਹਾਨੂੰ ਦੁਸ਼ਟਾਂ ਪਾਪੀਆਂ ਨੂੰ ਪ੍ਰਭੂ ਦਾ ਪਿਆਰਾ ਬਖਸ਼ ਸਕਦਾ ਹੈ। ਤੁਸੀਂ ਮੁੜ ਕੇ
ਉਸ ਬਾਹਿਸ਼ਤ ਦੇ ਵਾਸੀ ਬਣ ਸਕਦੇ ਹੋ ਜਿੱਥੇ ਕੋਈ ਗਮ ਨਹੀਂ ਹੈ, ਗਮਾਂ ਤੋਂ ਰਹਿਤ ਸ਼ਹਿਰ ਹੈ। ਬੇਗਮਪੁਰਾ ਸ਼ਹਿਰ ਕੋ ਨਾਉ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ, ਅਪਾਰ ਕਿਰਪਾ ਕਰਦੇ ਹਨ। ਇਸ ਪਦ ਦੇ ਵਿੱਚ ਆਪ ਸਤ ਕੀਆ ਸਭ ਸਤ। ਪ੍ਰੀਤਮ ਪਿਆਰੇ ਨੇ ਜਿਹੜੀ ਵੀ ਸ੍ਰਿਸ਼ਟੀ ਸਾਜੀ ਹੈ, ਸੰਸਾਰ ਬਣਾਇਆ ਹੈ, ਉਹ ਸੱਚਾ ਹੈ, ਕਿਉਂਕਿ ਪ੍ਰਭੂ ਆਪ ਵੀ ਸੱਚਾ ਹੈ, ਆਪ ਵੀ ਟਰੁੱਥਫੁੱਲ ਹੈ। ਇਸ ਕਰਕੇ ਸੱਚੇ ਨੇ ਸੱਚਾ ਜਗਤ ਰਚਾਇਆ ਹੈ। ਝੂਠ, ਫਰੇਬ, ਪਖੰਡ ਪ੍ਰਭੂ ਨੇ ਵਿਨਾਸ਼ ਕੀਤਾ ਹੈ। ਦੁਨੀਆ ਨੂੰ ਸੱਚੇ ਮਾਰਗ ਦਾ ਰਸਤਾ ਸਮਝਾਇਆ ਹੈ, ਕਿਉਂਕਿ ਆਪ ਖੁਦ ਪਵਿੱਤਰ ਹੈ, ਸੱਚਾ ਹੈ। ਆਪ ਸਤ ਕੀਆ ਸਭ ਸਤ। ਤਿਸ ਪ੍ਰਭ ਤੇ ਸਗਲੀ ਉਤਪਤ। ਸਾਰੀ ਸ੍ਰਿਸ਼ਟੀ ਪ੍ਰਭੂ ਦੀ ਸੰਤਾਨ ਹੈ। ਅੱਖਾਂ ਨਾਲ ਨਜ਼ਰ ਆਉਣ ਵਾਲਾ ਸਭ ਕੁਝ ਪ੍ਰਭੂ ਤੋਂ ਉਤਪੰਨ ਹੋਇਆ ਹੈ। ਬ੍ਰਹਿਮੰਡ, ਦੂਰ ਦੂਰ ਤਾਰਿਆਂ ਦੀ ਚਮਕ ਦਮਕ, ਵੱਡੇ ਵੱਡੇ ਸੂਰਜ, ਚੰਦਰਮਾ, ਧਰਤੀਆਂ ਬੇਅੰਤ, ਪਤਾਲ ਪਿਆਲ, ਸਮੁੰਦਰ ਸਾਗਰ, ਪਰਬਤ ਪਹਾੜ, ਸਾਰੇ ਦੇ ਸਾਰੇ ਪ੍ਰਭੂ ਨੇ ਸਾਜੇ ਹਨ। ਸਾਰੇ ਦੇ ਸਾਰੇ ਨੂੰ ਆਪ ਚਲਾਉਂਦਾ ਹੈ, ਆਪ ਮਿਹਰਬਾਨੀ ਕਰਦਾ ਹੈ। ਉਹਦੇ ਉੱਤੋਂ ਸਾਰਾ ਕੁਝ ਸੰਸਾਰ ਦਾ ਬਣਿਆ ਹੈ। ਤਿਸ ਭਾਵੇ ਤਾਂ ਕਰੇ ਵਿਸਤਾਰ। ਜਦੋਂ ਉਹਦਾ ਦਿਲ ਕਰਦਾ ਹੈ, ਉਹਦੀ ਰਜਾ ਹੁੰਦੀ ਹੈ, ਤਾਂ ਉਹ ਵਾਧਾ ਕਰਦਾ ਹੈ, ਫੈਲਾਅ ਕਰਦਾ ਹੈ, ਫੈਲਦਾ ਹੈ। ਆਪਣੀ ਮਰਜ਼ੀ ਦੇ ਨਾਲ ਹੋਰ ਕ੍ਰੀਏਸ਼ਨ ਕਰ ਦਿੰਦਾ ਹੈ, ਵੱਖਰੀ ਕਿਸਮ ਦੀ, ਭਿੰਨ, ਜਿਹੜੀ ਪਹਿਲਾਂ ਕਦੇ ਹੋਈ ਵੀ ਨਹੀਂ। ਉਹ ਮੁੜ ਕੇ ਅਪਾ ਦਿੰਦਾ ਹੈ, ਨਵੀਨਤਾ ਉੱਤੇ ਟਿਕਾ ਦਿੰਦਾ ਹੈ। ਤਿਸ ਭਾਵੇ ਤਾਂ ਇੱਕ ਓਂਕਾਰ। ਜੇ ਉਹਦਾ ਮਨ ਕਰਦਾ ਹੈ ਤਾਂ ਉਹ ਫਿਰ ਇਕੱਲਾ ਹੋ ਜਾਂਦਾ ਹੈ। ਇੱਕੋ ਸਮੇਂ ਪ੍ਰੀਤਮ ਪਿਆਰਾ ਇੱਕ ਓਂਕਾਰ ਹੋ ਜਾਂਦਾ ਹੈ ਜਾਂ ਵਿਸਤਾਰ ਕਰ ਲੈਂਦਾ ਹੈ। ਉਹਦੀ ਲੀਲਾ ਉਹ ਆਪ ਹੀ ਜਾਣੇ, ਉਹਦੀ ਮਰਜ਼ੀ ਨੂੰ ਉਹ ਆਪ ਹੀ ਸਮਝ ਸਕਦਾ ਹੈ। ਅਨੇਕ ਕਲਾ ਲਖੀ ਨਾ ਜਾਏ, ਕੌਣ ਕਿੰਤੂ ਕਰ ਸਕਦਾ ਹੈ, ਕੌਣ ਸਵਾਲ ਪੁੱਛ ਸਕਦਾ ਹੈ ਡਾਢੇ ਨੂੰ। ਉਹਦੀ ਮਰਜ਼ੀ ਹੀ ਹੈ। ਬਹੁਤ ਘੜੇਰੀਆਂ ਸ਼ਕਤੀਆਂ ਹਨ,
ਬੇਅੰਤ ਗੁਣ ਹਨ। ਆਰਟ ਕਲਾ ਦਾ ਮਾਹਰ ਹੈ ਦਾਤਾ। ਕੋਈ ਵੀ ਉਹਦੀ ਸਿਫਤ ਸਲਾਹ ਕਰ ਨਹੀਂ ਸਕਦਾ। ਕੋਈ ਕਾਗਜ਼ ਵੀ ਨਹੀਂ ਬਣੇ, ਕੋਈ ਸ਼ਾਹੀ ਵੀ ਨਹੀਂ ਥਿਆਈ ਜਿਹਦੇ ਨਾਲ ਉਹਦੀਆਂ ਸ਼ਕਤੀਆਂ ਦਾ ਵਰਣਨ ਕੀਤਾ ਜਾ ਸਕੇ, ਲਿਖੀਆਂ ਜਾ ਸਕਣ, ਉਹਨਾਂ ਦਾ ਵਰਣਨ ਕੀਤਾ ਜਾਵੇ। ਉਹਨੂੰ ਆਪ ਹੀ ਪਤਾ ਹੈ। ਜਿਸ ਭਾਵੈ ਤਿਸ ਲਏ ਮਲਾਏ। ਜਦੋਂ ਚਾਹੁੰਦਾ ਹੈ, ਕਿਸੇ ਉੱਤੇ ਡੁੱਲਦਾ ਹੈ, ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਵਿਛੜੇ ਹੋਏ ਨੂੰ ਆਪਣੇ ਨਾਲ ਫਿਰ ਮਿਲਾ ਲੈਂਦਾ ਹੈ। ਪਰ ਆਪਣੀ ਗੁਰਪ੍ਰਸਾਦ ਕਿਰਪਾ ਦੇ ਨਾਲ ਹੀ ਜਦੋਂ ਸਰੀਰ ਦਿੰਦਾ ਹੈ, ਆਕਾਰ ਸਾਜਦਾ ਹੈ, ਆਪਣੇ ਨਾਲੋਂ ਵੱਖਰਾ ਕਰਦਾ ਹੈ, ਉਦੋਂ ਵੀ ਉਹਦੀ ਮਰਜ਼ੀ ਹੀ ਹੈ। ਜਦੋਂ ਮਿਲਾਉਂਦਾ ਹੈ, ਫਿਰ ਆਪਣੇ ਅੰਗ ਦੇ ਨਾਲ ਜੋੜ ਲੈਂਦਾ ਹੈ, ਇਹ ਵੀ ਉਹਦੀ ਇੱਛਾ ਹੀ ਹੈ, ਉਹਦੀ ਕਿਰਪਾ ਹੀ ਹੈ। ਕਵਣ ਨਿਕਟ ਕਵਣ ਕਹੀਏ ਦੂਰ। ਕਿਹਨੂੰ ਕਹੀਏ ਨੇੜੇ ਹੈ, ਕਿਹਨੂੰ ਦੂਰ ਕਹੀਏ। ਉਹ ਆਪਣੇ ਆਪ ਹੀ ਮਿਹਰ ਕਰਦਾ ਹੈ। ਕੋਈ ਨੇੜੇ ਹੈ, ਕੋਈ ਦੂਰ ਹੈ, ਇਹ ਉਹਦੀ ਲੀਲਾ ਹੈ। ਉਹਨੂੰ ਇਸੇ ਤਰ੍ਹਾਂ ਭਾਉਂਦਾ ਹੈ। ਆਪਣੇ ਪਿਆਰਿਆਂ ਨੂੰ ਨਿਕਟ ਰੱਖਦਾ ਹੈ, ਉਹਨਾਂ ਉੱਤੇ ਕਿਰਪਾ ਕਰਦਾ ਹੈ, ਮਿਹਰਬਾਨੀ ਕਰਦਾ ਹੈ। ਨਿੰਦਕ ਦੁਸ਼ਟ ਪਾਪੀ ਜਿਹੜੇ ਉਹਦੀ ਲੀਲਾ ਉੱਤੇ ਕਿੰਤੂ ਕਰਦੇ ਹਨ, ਉਹਦੇ ਪਿਆਰਿਆਂ ਨੂੰ ਭੰਡਦੇ ਹਨ, ਉਹ ਅਕਸਰ ਦੂਰ ਹੀ ਰਹਿੰਦੇ ਹਨ। ਆਪੇ ਆਪ ਭਰਪੂਰ। ਆਪਣੇ ਆਪ ਦੇ ਵਿੱਚ ਉਹ ਭਰਿਆ ਹੋਇਆ ਹੈ, ਖਾਲੀਆਂ ਨੂੰ ਭਰਨ ਦੇ ਸਮਰੱਥ ਹੈ। ਮਿਹਰਾਂ ਦਾ ਮੀਂਹ ਪਾਉਂਦਾ ਹੈ, ਹਰ ਇੱਕ ਉੱਤੇ ਇੱਕੋ ਜਿਹਾ। ਪਰ ਕਈ ਪਿਆਰੇ ਆਪਣੇ ਭਾਂਡੇ ਭਰ ਲੈਂਦੇ ਹਨ, ਕਈ ਅਣਭੋਲ ਭਾਂਡੇ ਖਾਲੀ ਰੱਖਦੇ ਹਨ। ਉਹਦਾ ਵੀ ਇੱਕੋ ਜਿਹਾ ਹੀ ਪੈਂਦਾ ਹੈ। ਪਰ ਉੱਚੇ ਉੱਚੇ ਪਹਾੜ, ਹੰਕਾਰ ਵਾਲੇ ਲੋਕ, ਆਪਣੀ ਮੈਂ ਉੱਤੇ ਭਰੋਸਾ ਕਰਨ ਵਾਲੇ ਪ੍ਰਾਣੀ ਆਪਣੇ ਹੰਕਾਰ ਕਰਕੇ ਉਹਦੇ ਮਿਹਰਾਂ ਦੇ ਮੀਂਹ ਤੋਂ ਵਾਂਝੇ ਰਹਿ ਜਾਂਦੇ ਹਨ। ਉਹ ਹਮੇਸ਼ਾ ਹੀ ਬਖਸ਼ੰਦ ਹੈ। ਜਦੋਂ ਲੋੜ ਮਿਹਰ ਦੀ ਜਾਗ ਪਵੇ ਜਾਂ ਉਹ ਮੈਂ ਨੂੰ ਤਿਆਗ ਕੇ ਪਿੱਛੇ ਮੁੜ ਆਉਣ, ਫਿਰ ਨੀਵੇਂ ਤੋਂ ਨੀਵੇਂ ਉਹਦੇ ਪਿਆਰਿਆਂ ਦਾ ਸਤਿਕਾਰ ਕਰਨ ਤਾਂ ਉਹ ਗਲ ਨਾਲ ਲਗਾ ਲੈਂਦਾ ਹੈ। ਉਹ ਤਾਂ ਹਮੇਸ਼ਾ ਹੀ ਬਖਸ਼ੰਦ ਹੈ, ਹਮੇਸ਼ਾ ਹੀ ਭਰਪੂਰ ਹੈ। ਅੰਤਰਗਤ ਜਿਸ ਆਪ ਜਨਾਏ
ਨਾਨਕ ਤਿਸ ਜਨ ਆਪ ਬੁਝਾਏ। ਆਪ ਦੇ ਪਿਆਰਿਆਂ ਨੂੰ ਉਹਨਾਂ ਦੇ ਅੰਦਰ ਦੀ ਗੱਲ ਸਮਝਾ ਦਿੰਦਾ ਹੈ। ਉਹਨਾਂ ਨੂੰ ਦੱਸ ਦਿੰਦਾ ਹੈ ਕਿ ਤੁਸੀਂ ਇਕੱਲੇ ਨਹੀਂ, ਤੂੰ ਮੇਰੇ ਪਿਆਰੇ ਇਕੱਲਾ ਨਹੀਂ ਹੈ, ਮੈਂ ਤੇਰੇ ਨਾਲ ਹਾਂ, ਤੇਰੇ ਅੰਦਰ ਹੀ ਹਾਂ, ਤੇਰਾ ਸੰਗੀ ਹਾਂ। ਤੂੰ ਡੋਲਦਾ ਕਾਹਦੇ ਕਰਕੇ ਹੈ? ਮੈਂ ਤਾਂ ਹਮੇਸ਼ਾ ਹੀ ਤੇਰੇ ਨਾਲ ਰਹਿੰਦਾ ਹਾਂ। ਬਿਰਲੇ ਬਿਰਲੇ ਦਾ ਡਰ ਚੱਕਿਆ ਜਾਂਦਾ ਹੈ। ਬਿਰਲੇ ਬਿਰਲੇ ਨੂੰ ਪਤਾ ਚੱਲ ਜਾਂਦਾ ਹੈ, ਜਿਹਨੂੰ ਉਹ ਆਪ ਸਮਝਾ ਦਿੰਦਾ ਹੈ ਕਿ ਡਰੋ ਮਤ, ਹਮ ਸਾਥ ਹੈ, ਮੈਂ ਤੇਰੇ ਨਾਲ ਹਾਂ ਪ੍ਰਾਣੀ, ਮੈਂ ਤਾਂ ਪਹਿਲਾਂ ਹੀ ਤੇਰੇ ਨਾਲ ਸੀ। ਤੇਰੇ ਉੱਤੇ ਮਾਇਆ ਨੇ ਜਾਦੂ ਕੀਤਾ ਹੋਇਆ ਸੀ। ਤੇਰਾ ਦਿਮਾਗ ਮਾਇਆ ਦੇ ਪਾਸੇ ਲੱਗਿਆ ਹੋਇਆ ਸੀ, ਤੈਨੂੰ ਸਮਝ ਹੀ ਨਹੀਂ ਆਉਂਦੀ। ਪ੍ਰਾਣੀ, ਤੂੰ ਮਾਇਆ ਦੇ ਮੇਲੇ ਦੇ ਵਿੱਚ ਗਵਾਚ ਗਿਆ। ਤੈਨੂੰ ਭੇਜਿਆ ਸੀ ਮਾਇਆ ਨੂੰ ਦਾਸੀ ਬਣਾਉਣ ਦੇ ਲਈ। ਪ੍ਰੀਤਮ ਪਿਆਰੇ, ਪ੍ਰਭੂ ਸਮਝਾਉਂਦੇ ਹਨ ਕਿ ਮਨੁੱਖ, ਤੂੰ ਡੋਲ ਗਿਆ, ਤੂੰ ਮਾਇਆ ਦੀ ਦੁਨੀਆ ਦੇ ਵਿੱਚ ਗਵਾਚ ਗਿਆ। ਮਾਇਆ ਦੀ ਦੁਨੀਆ ਇੱਕ ਜੂਆ ਖਾਨਾ ਹੈ, ਗੈਂਬਲਿੰਗ ਪਲੇਸ ਹੈ। ਜਿਹੜਾ ਜ਼ਿਆਦਾ ਮੈਂ ਇਨਵੈਸਟ ਕਰਦਾ ਹੈ, ਜਿਹੜਾ ਜ਼ਿਆਦਾ ਮੈਂ ਲਗਾਉਂਦਾ ਹੈ, ਉਹ ਜ਼ਿਆਦਾ ਜਿੱਤਦਾ ਹੈ, ਜ਼ਿਆਦਾ ਇਕੱਠਾ ਕਰਦਾ ਹੈ ਪਦਾਰਥ ਨੂੰ। ਦਰਅਸਲ ਉਹ ਪੂਰਨ ਤੌਰ 'ਤੇ ਮਾਇਆ ਦਾ ਜੀ ਹਜ਼ੂਰੀਆ ਬਣ ਜਾਂਦਾ ਹੈ। ਮਾਇਆ ਮੋਢੇ ਉੱਤੇ ਹੱਥ ਰੱਖਦੀ ਹੈ ਤੇ ਉਹਨੂੰ ਹੋਰ ਕਮਲਾ ਕਰੀ ਜਾਂਦੀ ਹੈ। ਨਹੀਂ ਤਾਂ ਆਪਣਾ ਘਰ ਆਪ ਕੌਣ ਉਜਾੜਦਾ ਹੈ? ਆਪਣੇ ਘਰ ਨੂੰ ਕੌਣ ਅੱਗ ਆਪ ਲਗਾਉਂਦਾ ਹੈ? ਥੋੜ੍ਹੇ ਜਿਹੇ ਪਲਾਂ ਦੇ ਸੁੱਖ ਦੇ ਲਈ, ਥੋੜ੍ਹੇ ਜਿਹੇ ਛਿੰਨਾਂ ਦੀ ਬੱਲੇ ਬੱਲੇ ਦੇ ਲਈ। ਉਹਨੂੰ ਇਹ ਨਹੀਂ ਪਤਾ ਚੱਲਦਾ ਕਿ ਇਹ ਦੁਨੀਆ ਹੈ ਹੀ ਪਾਗਲਾਂ ਦੀ। ਮੈਂ ਦਾ ਸੌਦਾ ਵੇਚਣ ਵਾਲੇ ਸਾਰੇ ਹੀ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ। ਇਹ ਸੁਭਾਵਿਕ ਹੈ, ਗੁਰੂ ਦੇ ਨਾਲੋਂ ਟੁੱਟ ਜਾਣਾ। ਗੁਰੂ ਪਿਆਰਿਓ, ਜਿਹਦੇ ਉੱਤੇ ਉਹ ਆਪ ਕਿਰਪਾ ਕਰਦਾ ਹੈ, ਅੰਤਰਗਤ ਜਿਸ ਆਪ ਜਨਾਏ, ਅੰਦਰ ਬੈਠਾ ਹੋਇਆ ਆਪਣੇ ਪਿਆਰੇ ਨੂੰ ਜਦ ਸਮਝਾਉਂਦਾ ਹੈ, ਗੁਫ਼ਤਗੂ ਕਰਦਾ ਹੈ, ਉਹਦੇ ਉੱਤੇ ਕਿਰਪਾ ਵਰਤਾਉਂਦਾ ਹੈ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਫਿਰ ਉਹਨੂੰ ਆਪਣੇ ਆਪ ਸਮਝਾ ਦਿੰਦਾ ਹੈ ਕਿ ਹੁਣ ਤੂੰ ਡੋਲ ਨਾ, ਮੈਂ ਤੇਰੇ ਨਾਲ ਹੀ ਹਾਂ। ਗੁਰੂ ਪਿਆਰਿਓ, ਇੱਕ ਵੇਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਆਪ ਸਤ ਕੀਆ ਸਭ ਸਤ, he himself is true and true is all that has made।
Everything you see with your eyes is true, and creator of that is also true. Truth created the truth. Tis prabh te sagli utpat. From that Lord has originated the entire creation. ਜਿਸ ਭਾਵੇ ਤਾਂ ਕਰੇ ਬਸਤਾਰ. Whenever he pleases himself, whenever he like, then he make his expansion. He spread himself when he feel like. ਤਿਸ ਭਾਵੇ ਤਾਂ ਏਕ ਓਂਕਾਰ. If pleases to him, he becomes alone. He create, he becomes himself. That's his choice. He can do both at same time. How great is my Lord! He is a perfect artist. Anek kala lakhi na jaye. Manifold are his powers, which cannot be known. His art is wonderful. His wisdom is great. His powers cannot be described. They are too many. Nobody knows them, and nobody can write it. Nobody can even praise for them. Jis bhave tis lay malaye. He unites with himself whomsoever he pleases. His saint, his slave, who love him too much, he accepts them, unite them with himself, and he the one create new. He the one bring back old ones. That's his wonderful choice. Whoever he like, never need to go back in a cycle of lives. Just become part of him. Kavan nekt kavan kaiya dur. Who is far, who is close? Who is near, who is far? Who is near and who can be said as distant from him? He is everywhere. He chooses to bring close. He chooses to throw at distance. That's wonderful choice of him. Ape aap parpoor. By himself, he is fully pervading everywhere. He is full. He is in a capacity to serve the empties. He is a filler. He throws nectar, rain on everybody same time. But with pride some lose. But with love some gain. He don't have no shortage. He is always full. Antargat jis aap janaye. He himself causes to know his lovers. He makes them understand
who are very close to him. They gave themselves to him. Then he is pleased on them. He tells them, don't worry, I am with you. Nanak, God causes that man to understand him, whom he instructs that he himself is with in him. He is a part of him. Only his ego keeps him away. He always was with him. But because the I-ness, we-ness, you-ness, they-ness caused the separation, now with God's grace, O Nanak, the Das, the servant of Lord, understood that God is in me. God always bless me. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 23ਵੀਂ ਅਸ਼ਟਪਦੀ ਦੇ 5ਵੇਂ ਪਦ ਦੇ ਵਿੱਚ ਮਿਹਰ ਕੀਤੀ ਹੈ ਕਿ ਸਭ ਕੁਝ ਝੂਠ ਹੈ। ਜੋ ਮਾਇਆ ਦਾ ਖਿਲਾਰਾ ਹੈ ਸਭ ਝੂਠਾ ਹੈ। ਪ੍ਰਭੂ ਦਾ ਨਾਮ, ਪ੍ਰਭੂ ਦੀ ਲੀਲਾ, ਪ੍ਰਭੂ ਦੀ ਰਚਨਾ ਸਭ ਸੱਚੀ ਹੈ। ਇਨਸਾਨ ਦੇ ਵਿੱਚ ਉਪਜੀ ਹੋਈ ਈਗੋ, ਇਨਸਾਨ ਦਾ ਹੰਕਾਰ ਝੂਠਾ ਹੈ। ਉਸ ਪਿਆਰੇ ਪ੍ਰਭੂ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ। ਜੋ ਵੀ ਨਜ਼ਰ ਆਉਂਦਾ ਹੈ ਸਾਰਾ ਕੁਝ ਉਹਨੇ ਸਾਜਿਆ ਹੈ। ਜਦੋਂ ਉਹਦਾ ਦਿਲ ਕਰਦਾ ਹੈ ਉਹ ਆਪਣੇ ਆਪ ਨੂੰ ਵਧਾ ਲੈਂਦਾ ਹੈ। ਨਵੀਂ ਕ੍ਰੀਏਸ਼ਨ ਉਹ ਪਾ ਲੈਂਦਾ ਹੈ। ਜਦੋਂ ਉਹਦਾ ਦਿਲ ਕਰਦਾ ਹੈ ਫਿਰ ਮੁੜ ਕੇ ਇਕੱਲਾ ਹੋ ਜਾਂਦਾ ਹੈ। ਇਹ ਦੋਨੇ ਕਿਰਿਆਵਾਂ ਉਹ ਇੱਕੋ ਸਮੇਂ ਕਰ ਸਕਦਾ ਹੈ। ਉਹ ਮਹਾਨ ਹੈ। ਉਹਦੀਆਂ ਸ਼ਕਤੀਆਂ ਵਰਣਨ ਨਹੀਂ ਕੀਤੀਆਂ ਜਾ ਸਕਦੀਆਂ। ਉਹਦੀਆਂ ਕਲਾਮਾਂ ਦਾ ਕੋਈ ਲੇਖਾ ਜੋਖਾ ਵੀ ਨਹੀਂ ਕਰ ਸਕਦਾ। ਕੋਈ ਇੰਕ ਨਹੀਂ, ਕੋਈ ਸ਼ਾਹੀ ਨਹੀਂ, ਕੋਈ ਪੈਨ ਨਹੀਂ, ਕੋਈ ਕਲਮ ਨਹੀਂ ਜਿਹਦੇ ਨਾਲ ਉਹਦੀਆਂ ਸ਼ਕਤੀਆਂ, ਉਹਦੀਆਂ ਕਲਾਮਾਂ ਲਿਖੀਆਂ ਜਾਣ। ਜਿਹਨੂੰ ਉਹ ਚਾਹੁੰਦਾ ਹੈ, ਪਿਆਰਦਾ ਹੈ, ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕੋਈ ਦੂਰ ਹੈ, ਕੋਈ ਨੇੜੇ ਹੈ। ਇਨਸਾਨ ਕੌਣ ਹੈ ਇਹ ਸਵਾਲ ਪੁੱਛਣ ਵਾਲਾ ਜਾਂ ਇਹ ਕਹਿਣ ਵਾਲਾ ਕਿ ਪ੍ਰਭੂ ਤੇਰੇ ਕੌਣ ਨੇੜੇ ਹੈ, ਕੌਣ ਦੂਰ ਹੈ, ਕਿਉਂਕਿ ਉਹ ਆਪਣੇ ਆਪ ਸਮਰੱਥ ਹੈ, ਪੂਰਨ ਹੈ, ਭਰਪੂਰ ਹੈ। ਆਪਣੇ ਬਾਰੇ, ਆਪਣੀ ਪ੍ਰੈਜੈਂਸ ਬਾਰੇ ਉਹ ਆਪਣੇ ਪਿਆਰਿਆਂ ਨੂੰ ਸਮਝਾ ਦਿੰਦਾ ਹੈ। ਉਹਨਾਂ ਪਿਆਰਿਆਂ ਦੇ ਅੱਖਾਂ ਅੱਗੋਂ ਹਉਮੈ ਦੀ ਪੱਟੀ ਚੁੱਕ ਦਿੰਦਾ ਹੈ। ਫਿਰ ਉਹਨਾਂ ਦਾ ਬਣ ਜਾਂਦਾ ਹੈ ਅਤੇ ਉਹ ਪਿਆਰੇ ਉਹਦੇ ਬਣ ਜਾਂਦੇ ਹਨ। ਸੁਮੇਲ ਹੋ ਜਾਂਦਾ ਹੈ, ਸੰਗਮ ਸੱਜ ਜਾਂਦਾ ਹੈ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।